ਡਾਕਟਰ ਨਰਿੰਦਰ ਸਿੰਘ ਕਪਾਨੀ ਇੱਕ ਅਜਿਹੇ ਮਹਾਨ ਸਿੱਖ ਸਾਇੰਟਿਸਟ ਸਨ ਜਿਨ੍ਹਾਂ ਦੀ ਬਦੌਲਤ ਅੱਜ ਵੱਡੀਆਂ ਕੰਪਨੀਆਂ ਦੁਨੀਆ ਨੂੰ ਟੈਲੀਫੋਨ, ਟੈਲੀਵਿਜ਼ਨ ਤੇ ਇੱਥੋਂ ਤੱਕ ਕਿ ਇੰਟਰਨੈਟ ਦੀ ਸੁਵਿਧਾ ਦੇਣ ਵਿੱਚ ਕਾਮਯਾਬ ਹੋਈਆਂ। ਪਰ ਅਫਸੋਸ, ਆਪਣੇ ਸਮੇਂ ਦੇ ਸਭ ਤੋਂ ਮਹਾਨ ਸਿੱਖ ਸਾਇੰਟਿਸਟ ਦੀ ਕਹਾਣੀ ਬਾਰੇ ਭਾਰਤ ਤੱਕ ਹੀ ਬਹੁਤੇ ਪੰਜਾਬੀਆਂ ਨੂੰ ਵੀ ਜਾਣਕਾਰੀ ਨਹੀਂ। ਇੱਥੋਂ ਤੱਕ ਕਿ ਇਹਨਾਂ ਦੇ ਹਿੱਸੇ ਦਾ ਨੋਬਲ ਪ੍ਰਾਈਜ਼ ਵੀ ਕਿਸੇ ਚਾਈਨੀਜ਼ ਸਾਇੰਟਿਸਟ ਨੂੰ ਦੇ ਦਿੱਤਾ ਗਿਆ। ਨਰਿੰਦਰ ਸਿੰਘ ਕਪਾਨੀ ਦਾ ਜਨਮ ਪੰਜਾਬ ਦੇ ਸ਼ਹਿਰ ਮੋਗਾ ਵਿਖੇ 31 ਅਕਤੂਬਰ 1927 ਨੂੰ ਹੋਇਆ। ਉਹਨਾਂ ਦੇ ਜਨਮ ਵੇਲੇ ਭਾਰਤ ਤੇ ਗੋਰਿਆਂ ਦਾ ਰਾਜ ਸੀ। ਉਹਨਾਂ ਦੇ ਪਿਤਾ ਸੁੰਦਰ ਸਿੰਘ ਕਪਾਨੀ ਪਹਿਲੇ ਵਰਲਡ ਵਾਰ ਵੇਲੇ ਰਾਇਲ ਏਅਰ ਫੋਰਸ ਵਿੱਚ ਕੰਮ ਕਰਦੇ ਸਨ। ਇਸ ਲਈ ਨਰਿੰਦਰ ਸਿੰਘ ਕਪਾਨੀ ਨੂੰ ਵੀ ਬਚਪਨ ਤੋਂ ਹੀ ਮਿਲਟਰੀ ਚੀਜ਼ਾਂ ਵਿੱਚ ਦਿਲਚਸਪੀ ਪੈਦਾ ਹੋਣ ਲੱਗੀ। ਉਹ ਛੋਟੇ ਹੁੰਦੇ ਹੀ ਮੋਗੇ ਤੋਂ ਦੇਹਰਾਦੂਨ ਸ਼ਿਫਟ ਹੋ ਗਏ, ਜਿੱਥੇ ਉਹਨਾਂ ਨੇ ਆਗਰਾ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਇੱਕ ਦਿਨ ਫਿਜ਼ਿਕਸ ਦੀ ਕਲਾਸ ਦੌਰਾਨ ਉਹਨਾਂ ਦੇ ਇੱਕ ਪ੍ਰੋਫੈਸਰ ਲਾਈਟ ਬਾਰੇ ਪੜ੍ਹਾਉਂਦੇ ਹੋਏ ਦੱਸਦੇ ਹਨ ਕਿ ਲਾਈਟ ਕੈਨ ਓਨਲੀ ਟਰੈਵਲ ਇਨ ਸਟ੍ਰੇਟ ਪਾਥ, ਯਾਨੀ ਕਿ ਲਾਈਟ ਦੀ ਦਿਸ਼ਾ ਮੋੜੀ ਨਹੀਂ ਜਾ ਸਕਦੀ। ਜਿਸ ਪਿੱਛੋਂ ਨਰਿੰਦਰ ਸਿੰਘ ਕਪਾਨੀ ਦੇ ਦਿਮਾਗ ਵਿੱਚ ਇਹ ਆਈਡੀਆ ਬੈਠ ਗਿਆ ਕਿ ਜੇਕਰ ਮੈਂ ਕਿਸੇ ਤਰ੍ਹਾਂ ਲਾਈਟ ਦੀ ਦਿਸ਼ਾ ਨੂੰ ਮੋੜ ਸਕਾਂ ਤਾਂ ਇਸ ਦੇ ਕਈ ਤਰੀਕੇ ਦੇ ਉਪਯੋਗ ਕੀਤੇ ਜਾ ਸਕਦੇ ਹਨ। ਕਾਲਜ ਦੀ ਗ੍ਰੈਜੂਏਸ਼ਨ ਤੋਂ ਬਾਅਦ ਨਰਿੰਦਰ ਸਿੰਘ ਨੇ ਇੱਕ ਮਿਲਟਰੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਨਰਿੰਦਰ ਸਿੰਘ ਦੀ ਲਾਈਟ ਵਾਲੇ ਵਿਸ਼ੇ ਵਿੱਚ ਰੁਚੀ ਵੇਖ ਕੇ ਉਹਨਾਂ ਨੂੰ ਆਪਟਿਕਸ ਡਿਪਾਰਟਮੈਂਟ ਦਾ ਸੁਪਰਵਾਈਜ਼ਰ ਬਣਾਇਆ ਗਿਆ, ਜਿੱਥੇ ਕਿ ਫੌਜੀ ਦੂਰਬੀਨ ਤੇ ਨਾਈਟ ਵਿਜ਼ਨ ਕੈਮਰੇ ਵਰਗੀਆਂ ਸਭ ਚੀਜ਼ਾਂ ਤਿਆਰ ਹੁੰਦੀਆਂ ਸਨ। 2 ਸਾਲਾਂ ਦੇ ਅੰਦਰ ਨਰਿੰਦਰ ਸਿੰਘ ਨੇ ਦੂਰਬੀਨ ਤੋਂ ਲੈ ਕੇ ਮਾਈਕਰੋਸਕੋਪ, ਟੈਲੀਸਕੋਪ ਤੇ ਰਫਲ ਦੇ ਉੱਤੇ ਲੱਗਣ ਵਾਲੇ ਰੇਂਜ ਸਕੋਪ ਵਰਗੀਆਂ ਸਭ ਚੀਜ਼ਾਂ ਨੂੰ ਜ਼ੀਰੋ ਤੋਂ ਬਣਾਉਣਾ ਸਿੱਖ ਲਿਆ ਸੀ। 1952 ਵਿੱਚ ਇਸੇ ਵਿਸ਼ੇ ਤੇ ਹੋਰ ਪੜ੍ਹਾਈ ਕਰਨ ਲਈ ਨਰਿੰਦਰ ਸਿੰਘ ਕਪਾਨੀ ਨੇ ਲੰਡਨ ਦੇ ਇੰਪੀਰੀਅਲ ਕਾਲਜ ਨੂੰ ਚੁਣਿਆ, ਜਿੱਥੇ ਉਹਨਾਂ ਦੀ ਮੁਲਾਕਾਤ ਪ੍ਰੋਫੈਸਰ ਹੈਰੋਲਡ ਹੌਪਕਿੰਸ ਨਾਲ ਹੋਈ। ਇਹਨਾਂ ਦੋਹਾਂ ਨੇ ਅੱਗੇ ਜਾ ਕੇ ਸਾਇੰਸ ਦੀ ਦੁਨੀਆ ਵਿੱਚ ਬਹੁਤ ਮੱਲਾਂ ਮਾਰੀਆਂ। ਕਾਲਜ ਦੀ 1 ਸਾਲ ਦੀ ਪੜ੍ਹਾਈ ਪੂਰੀ ਹੋਣ ਮਗਰੋਂ ਡਾਕਟਰ ਕਪਾਨੀ ਨੇ ਇੱਕ ਵਾਰ ਫਿਰ ਆਪਟੀਕਲ ਇੰਜੀਨੀਅਰਿੰਗ ਫਰਮ ਬਾਰ ਐਂਡ ਸਟਰਾਊਡ ਵਿੱਚ ਕੰਮ ਕਰਨਾ ਸ਼ੁਰੂ ਕਰਿਆ। ਇਹ ਕੰਪਨੀ ਵੀ ਮਿਲਟਰੀ ਵਾਸਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਡਿਜ਼ਾਈਨ ਕਰਦੀ ਸੀ। ਇੱਥੇ ਇੱਕ ਕਾਨਫਰੰਸ ਦੌਰਾਨ ਇੰਗਲੈਂਡ ਦੇ ਰਾਜੇ ਵੱਲੋਂ ਚਲਾਈ ਜਾਣ ਵਾਲੀ ਰਾਇਲ ਸੁਸਾਇਟੀ ਨੂੰ ਉਹਨਾਂ ਦੀ ਸਪੀਚ ਇੰਨੀ ਪਸੰਦ ਆਈ ਕਿ ਉਹਨਾਂ ਨੇ ਡਾਕਟਰ ਕਪਾਨੀ ਨੂੰ ਇੰਪੀਰੀਅਲ ਕਾਲਜ ਵਿੱਚ PhD ਕਰਨ ਲਈ ਸਕਾਲਰਸ਼ਿਪ ਵੀ ਦਿੱਤੀ ਤੇ ਹਰ ਇੱਕ ਮਹੀਨੇ ਰਹਿਣ ਸਹਿਣ ਦਾ ਖਰਚਾ ਵੀ ਦੇਣ ਦਾ ਵਾਅਦਾ ਕੀਤਾ। PhD ਕਰਨ ਦੌਰਾਨ ਡਾਕਟਰ ਕਪਾਨੀ ਨੇ ਲਾਈਟ ਦੀ ਦਿਸ਼ਾ ਨੂੰ ਮੋੜਨ ਲਈ ਕਈ ਤਰ੍ਹਾਂ ਦੇ ਸ਼ੀਸ਼ੇ ਤੇ ਲੈਂਸਿਸ ਦਾ ਇਸਤੇਮਾਲ ਕੀਤਾ। ਹਰ ਇੱਕ ਵਾਰ ਲਾਈਟ ਦੀ ਦਿਸ਼ਾ ਜ਼ਰੂਰ ਬਦਲਦੀ, ਪਰ ਲਾਈਟ ਕਦੇ ਮੁੜਦੀ ਨਾ, ਹਮੇਸ਼ਾ ਸਿੱਧੀ ਹੋ ਚੱਲਦੀ। ਆਖਰ 1953 ਵਿੱਚ ਉਹਨਾਂ ਨੇ ਨੇੜੇ ਦੀ ਇੱਕ ਗਲਾਸ ਕੰਪਨੀ ਪਿਲਕਿੰਗਟਨ ਤੋਂ ਵਾਲਾਂ ਜਿੰਨੀ ਪਤਲੀਆਂ ਤੇ ਫਲੈਕਸੀਬਲ ਕੱਚ ਦੀਆਂ ਟਿਊਬਾਂ ਬਣਵਾਈਆਂ। ਉਹਨਾਂ ਟਿਊਬਾਂ ਨੂੰ ਇਕੱਠਾ ਕਰਕੇ ਇੱਕ ਸਿਲੰਡਰੀਕਲ ਸ਼ੇਪ ਬਣਾਇਆ ਤੇ ਉਸ ਨੂੰ ਗੋਲ ਮੋੜ ਕੇ ਉਸ ਦੇ ਇੱਕ ਪਾਸੇ ਲਾਈਟ ਬਲਬ ਲਾਇਆ। ਬਹੁਤੀਆਂ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੂੰ ਉਹ ਪਰਫੈਕਟ ਐਂਗਲ ਲੱਭ ਗਿਆ ਜਿਸ ਨਾਲ ਕਿ ਲਾਈਟ ਉਹਨਾਂ ਟਿਊਬਾਂ ਚੋਂ ਲੰਘ ਕੇ ਦੂਜੇ ਪਾਸੇ ਦੀ ਚਮਕਣ ਲੱਗੀ। ਇਹ ਪਹਿਲੀ ਵਾਰ ਸੀ ਜਦੋਂ ਕੋਈ ਇਨਸਾਨ ਲਾਈਟ ਨੂੰ ਬੈਂਡ, ਯਾਨੀ ਕਿ ਉਸ ਦੀ ਦਿਸ਼ਾ ਮੋੜਨ ਵਿੱਚ ਕਾਮਯਾਬ ਹੋਇਆ ਸੀ। ਇਸ ਇਨਵੈਂਸ਼ਨ ਦਾ ਨਾਮ ਫਾਈਬਰਸਕੋਪ ਰੱਖਿਆ ਗਿਆ। ਉਸ ਵੇਲੇ ਤਾਂ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਅੱਗੇ ਜਾ ਕੇ ਇਸ ਖੋਜ ਦੀ ਮਦਦ ਨਾਲ ਡਾਟਾ ਲਾਈਟ ਦੀ ਫਾਰਮ ਵਿੱਚ ਕਨਵਰਟ ਕਰਕੇ ਇੰਨਾ ਹੀ ਤਾਰਾਂ ਰਾਹੀਂ ਸਾਰੀ ਦੁਨੀਆ ਵਿੱਚ ਟਰਾਂਸਫਰ ਹੋਣ ਲੱਗੇਗਾ। ਪਹਿਲਾਂ ਤਾਂ ਫਾਈਬਰੋਸਕੋਪ ਦਾ ਇਸਤੇਮਾਲ ਜ਼ਿਆਦਾਤਰ ਮੈਡੀਕਲ ਫੀਲਡ ਵਿੱਚ ਹੀ ਹੁੰਦਾ ਸੀ। ਅਸਲ ਵਿੱਚ ਉਸ ਵੇਲੇ ਡਾਕਟਰਾਂ ਕੋਲੋਂ ਇਨਸਾਨ ਦੇ ਸਰੀਰ ਦੇ ਅੰਦਰ ਝਾਕਣ ਵਾਸਤੇ ਸਿਰਫ ਇੱਕ ਸਿੱਧਾ ਕੈਮਰਾ ਹੁੰਦਾ ਸੀ, ਜਿਸ ਨਾਲ ਖਿੱਚੀਆਂ ਫੋਟੋਜ਼ ਵੀ ਬਹੁਤ ਕਲੀਅਰ ਨਹੀਂ ਸੀ ਆਉਂਦੀਆਂ। ਪਰ ਫਾਈਬਰਸਕੋਪ ਦੀ ਮਦਦ ਨਾਲ ਹੁਣ ਡਾਕਟਰ ਕਿਸੇ ਵੀ ਮਰੀਜ਼ ਦੇ ਸਰੀਰ ਅੰਦਰ ਆਸਾਨੀ ਨਾਲ ਕਲੀਅਰ ਫੋਟੋਜ਼ ਖਿੱਚ ਸਕਦੇ ਸਨ ਤੇ ਮਰੀਜ਼ ਨੂੰ ਵੀ ਇਸ ਫਲੈਕਸੀਬਲ ਟਿਊਬ ਨੂੰ ਅੰਦਰ ਨਿਕਲਣ ਵਿੱਚ ਕੋਈ ਬਹੁਤੀ ਮੁਸ਼ਕਿਲ ਨਹੀਂ ਸੀ ਆਉਂਦੀ। ਉਸ ਟਾਈਮ ਦੀ ਮਸ਼ਹੂਰ ਮੈਗਜ਼ੀਨ ਪਪੂਲਰ ਮਕੈਨਿਕਸ ਵਿੱਚ ਵੀ ਡਾਕਟਰ ਕਪਾਨੀ ਦੀ ਇਸ ਖੋਜ ਬਾਰੇ ਸ਼ਲਾਘਾ ਕੀਤੀ ਗਈ ਤੇ ਦੱਸਿਆ ਗਿਆ ਕਿ ਕਿਵੇਂ ਡਾਕਟਰ ਇਸ ਦੀ ਵਰਤੋਂ ਮਨੁੱਖੀ ਸਰੀਰ ਦੀਆਂ ਅੰਦਰੂਨੀ ਜਾਂਚਾਂ ਵਿੱਚ ਕਰ ਸਕਦੇ ਹਨ। ਵਿਗਿਆਨੀ ਲੀਡ ਦੀਆਂ ਦੀਵਾਰਾਂ ਪਿੱਛੇ ਢਕੀ ਹੋਈ ਰੇਡੀਓ ਐਕਟਿਵ ਚੀਜ਼ਾਂ ਨੂੰ ਦੇਖ ਸਕਦੇ ਹਨ ਤੇ ਇੰਜੀਨੀਅਰ ਇਸ ਦੀ ਵਰਤੋਂ ਆਪਣੀਆਂ ਛੋਟੀਆਂ ਮਸ਼ੀਨਾਂ ਦੇ ਲੁਕੇ ਹੋਏ ਹਿੱਸਿਆਂ ਦੀ ਜਾਂਚ ਕਰਨ ਲਈ ਕਰ ਸਕਦੇ ਹਨ। ਹੁਣ ਡਾਕਟਰ ਕਪਾਨੀ ਵੱਡੇ ਇਨਵੈਂਟਰਾਂ ਨਾਲ ਕਾਨਫਰੰਸਾਂ ਕਰਨ ਲੱਗੇ ਤੇ ਆਪਣੀ ਇਸ ਲਾਜਵਾਬ ਰਿਸਰਚ ਨੂੰ ਦੁਨੀਆ ਅੱਗੇ ਪੇਸ਼ ਕੀਤਾ। ਇਹਨਾਂ ਕਾਨਫਰੰਸਾਂ ਵਿੱਚ ਉਹਨਾਂ ਦੀ ਪਤਨੀ ਸਤਿੰਦਰ ਕੌਰ ਵੀ ਉਹਨਾਂ ਨਾਲ ਹਮੇਸ਼ਾ ਸ਼ਾਮਿਲ ਹੁੰਦੀ ਸੀ। ਹੁਣ ਡਾਕਟਰ ਕਪਾਨੀ ਅਮਰੀਕਾ ਦੇ ਮੰਨੇ ਪ੍ਰਮੰਨੇ ਵਿਗਿਆਨੀਆਂ ਵਿੱਚ ਗਿਣੇ ਜਾਣ ਲੱਗੇ ਤੇ ਉਹਨਾਂ ਨੇ 1960 ਵਿੱਚ ਆਪਟਿਕਸ ਟੈਕਨੋਲੋਜੀ ਨਾਮ ਦੀ ਕੰਪਨੀ ਖੋਲ੍ਹੀ ਤੇ 100 ਤੋਂ ਵੀ ਜ਼ਿਆਦਾ ਇਨਵੈਂਸ਼ਨਸ ਦੁਨੀਆ ਦੀ ਝੋਲੀ ਪਾਈਆਂ। ਇਹ ਕੰਪਨੀ ਇੰਨੀ ਸਫਲ ਰਹੀ ਕਿ ਸਿਰਫ 7 ਸਾਲਾਂ ਦੇ ਅੰਦਰ ਇਹ ਅਮਰੀਕਾ ਦੀ ਸ਼ੇਅਰ ਮਾਰਕੀਟ ਤੇ ਦਾਖਲ ਹੋ ਗਈ ਤੇ ਇਸ ਦਾ ਇੱਕ ਸ਼ੇਅਰ ਅੱਜ ਦੇ ਹਿਸਾਬ ਨਾਲ 7 ਤੋਂ 800 ਅਮਰੀਕੀ ਡਾਲਰਾਂ ਦਾ ਵਿਕਿਆ। ਅਮਰੀਕਾ ਵਿੱਚ ਸ਼ੇਅਰ ਮਾਰਕੀਟ ਤੇ ਕੰਪਨੀ ਲਾਂਚ ਕਰਨ ਵਾਲੇ ਡਾਕਟਰ ਕਪਾਨੀ ਪਹਿਲੇ ਸਿੱਖ ਸਨ। ਇੱਕ ਚੰਗੇ ਵਿਗਿਆਨੀ ਹੋਣ ਦੇ ਨਾਲ ਡਾਕਟਰ ਕਪਾਨੀ ਇੱਕ ਚੰਗੇ ਸਿੱਖ ਵੀ ਸਨ ਤੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਤੋਂ ਬਾਅਦ ਉਹਨਾਂ ਨੇ 1967 ਵਿੱਚ ਸਿੱਖ ਫਾਊਂਡੇਸ਼ਨ ਨਾਮ ਦੀ ਸੰਸਥਾ ਦੀ ਨੀਂਹ ਧਰੀ, ਜਿਸ ਦੇ ਦੁਆਰਾ ਉਹਨਾਂ ਨੇ ਯੂਬਾ ਸਿਟੀ ਦੇ ਪਹਿਲੇ ਗੁਰੂ ਘਰ ਦੀ ਨੀਂਹ ਵੀ ਆਪਣੇ ਹੱਥਾਂ ਨਾਲ ਰੱਖੀ ਤੇ ਇਸ ਦੇ ਪ੍ਰਬੰਧ ਲਈ 50,000 ਅਮਰੀਕੀ ਡਾਲਰ ਦਾਨ ਕੀਤੇ। ਇਸ ਸੰਸਥਾ ਦੇ ਦੁਆਰਾ ਉਹਨਾਂ ਨੇ 1984 ਵਿੱਚ ਹੋਏ ਸਿੱਖ ਕਤਲੇਆਮ ਤੇ ਵੀ ਅਮਰੀਕਾ ਵਿੱਚ ਕਈ ਨਾਮਵਰ ਹਸਤੀਆਂ ਨੂੰ ਇੰਦਰਾ ਗਾਂਧੀ ਦੀ ਇਸ ਚਾਲ ਦੇ ਵਿਰੁੱਧ ਚਿੱਠੀਆਂ ਲਿਖੀਆਂ ਤੇ ਅਮਰੀਕਾ ਵਿੱਚ ਰਹਿੰਦੇ ਲੋਕਾਂ ਨੂੰ ਆਪਣੀ ਅਖਬਾਰ ਰਾਹੀਂ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੇ ਇਸ ਅਤਿਆਚਾਰ ਬਾਰੇ ਵੀ ਜਾਣੂ ਕਰਵਾਇਆ। ਉਹਨਾਂ ਨੇ ਕਈ ਸਿੱਖ ਧਰਮ ਨਾਲ ਸੰਬੰਧਿਤ ਪੇਂਟਿੰਗਸ ਖਰੀਦੀਆਂ ਤੇ ਬਹੁਤੀਆਂ ਅਮਰੀਕਾ ਦੇ ਨਾਮੀ ਅਜਾਇਬ ਘਰਾਂ ਨੂੰ ਡੋਨੇਟ ਕੀਤੀਆਂ
ਤਾਂ ਜੋ ਅਮਰੀਕੀ ਗੋਰਿਆਂ ਵਿੱਚ ਸਿੱਖ ਧਰਮ ਬਾਰੇ ਜਾਣਕਾਰੀ ਤੇ ਉਤਸ਼ਾਹ ਵਧਾਇਆ ਜਾ ਸਕੇ। ਅਸਲ ਵਿੱਚ 1957 ਵਿੱਚ ਅਮਰੀਕਾ ਜਾਣ ਦਾ ਡਾਕਟਰ ਕਪਾਨੀ ਦਾ ਇੱਕ ਕਾਰਨ ਇਹ ਵੀ ਸੀ ਕਿ ਉਹਨਾਂ ਦੀ ਪ੍ਰੋਫੈਸਰ ਹੌਪਕਿਨ ਨਾਲ ਫਾਈਬਰਸਕੋਪ ਦੇ ਰਾਈਟਸ ਨੂੰ ਲੈ ਕੇ ਕੁਝ ਅਣਬਣ ਹੋ ਗਈ ਸੀ। ਉਸ ਵੇਲੇ ਭਾਰਤ ਨਵਾਂ ਅੰਗਰੇਜ਼ਾਂ ਕੋਲੋਂ ਆਜ਼ਾਦ ਹੋਇਆ ਸੀ ਤੇ ਪਾਕਿਸਤਾਨ ਨੂੰ ਬਣੇ ਨੂੰ ਤਾਂ ਸਿਰਫ ਹੋਏ ਹੀ 10 ਸਾਲ ਸਨ, ਜਿਸ ਕਰਕੇ ਇਹਨਾਂ ਦੇਸ਼ਾਂ ਵਿੱਚ ਇਕਨੋਮੀ ਦੇ ਹਾਲਾਤ ਬਹੁਤ ਮਾੜੇ ਸਨ। ਪ੍ਰੋਫੈਸਰ ਹੌਪਕਿਨਸ ਚਾਹੁੰਦਾ ਸੀ ਕਿ ਉਹ ਫਾਈਬਰੋਸਕੋਪ ਨੂੰ ਅਮਰੀਕਾ, ਕੈਨੇਡਾ ਤੇ ਯੂਰਪ ਵਿੱਚ ਵੇਚਣ ਦੇ ਸਾਰੇ ਰਾਈਟਸ ਤੇ ਪੈਸੇ ਆਪ ਰੱਖੇ ਤੇ ਭਾਰਤ, ਪਾਕਿਸਤਾਨ ਤੇ ਨਾਲ ਦੇ ਛੋਟੇ-ਮੋਟੇ ਦੇਸ਼ 'ਚ ਰਾਈਟਸ ਡਾਕਟਰ ਕਪਾਨੀ ਰੱਖਣ। ਡਾਕਟਰ ਕਪਾਨੀ ਉਸ ਦੀ ਇਸ ਚਾਲ ਨੂੰ ਸਮਝ ਗਏ ਤੇ ਉਹਨਾਂ ਨੇ ਲੜਨ ਤੇ ਸਮਾਂ ਖਰਾਬ ਕਰਨ ਨਾਲੋਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਸੋਚਿਆ ਤੇ ਅਮਰੀਕਾ ਚਲੇ ਗਏ। ਇਸ ਸਮੇਂ ਦੌਰਾਨ ਇੱਕ ਚਾਰਲਸ ਕੁਇਨ ਕਾਓ ਨਾਮ ਦਾ ਵਿਅਕਤੀ ਵੀ ਲੰਡਨ ਯੂਨੀਵਰਸਿਟੀ ਤੋਂ PhD ਦੀ ਪੜ੍ਹਾਈ ਕਰ ਰਿਹਾ ਸੀ। ਉਸਨੇ ਪਹਿਲਾਂ ਤਾਂ ਡਾਕਟਰ ਕਪਾਨੀ ਦੇ 1952 ਵਿੱਚ ਛਪੇ ਸਾਰੇ ਰਿਸਰਚ ਪੇਪਰਾਂ ਨੂੰ ਗੌਰ ਨਾਲ ਪੜ੍ਹਿਆ ਤੇ ਫਿਰ ਪੂਰੇ 13 ਸਾਲਾਂ ਬਾਅਦ ਆਪਣੇ ਰਿਸਰਚ ਪੇਪਰ ਪਬਲਿਸ਼ ਕਰੇ। ਇਹਨਾਂ ਰਿਸਰਚਾਂ ਪੇਪਰਾਂ ਵਿੱਚ ਚਾਰਲਸ ਦਾ ਕਹਿਣਾ ਸੀ ਕਿ ਫਾਈਬਰ ਆਪਟਿਕ ਕੇਬਲ ਨੂੰ ਬਣਾਉਣ ਵਿੱਚ ਵਰਤੋਂ ਕੀਤੀ ਗਈ ਕੱਚ ਵਿੱਚੋਂ ਆਇਰਨ, ਕਾਪਰ ਤੇ ਕਰੋਮੇਟ ਵਰਗੀਆਂ ਇੰਪਿਉਰਿਟੀਜ਼ ਲਾਈਟ ਨੂੰ ਆਪਣੇ ਵਿੱਚ ਸੋਖ ਲੈਂਦੀਆਂ ਹਨ। ਜੇਕਰ ਇਹ ਸਭ ਇੰਪਿਉਰਿਟੀਜ਼ ਕੱਢ ਦਿੱਤੀਆਂ ਜਾਣ ਤਾਂ ਫਾਈਬਰ ਆਪਟਿਕ ਕੇਬਲ ਦੇ ਦੁਆਰਾ ਕਈ ਹਜ਼ਾਰ ਕਿਲੋਮੀਟਰ ਤੱਕ ਡਾਟਾ ਟਰਾਂਸਫਰ ਹੋ ਸਕਦਾ ਹੈ। ਜੇ ਗੌਰ ਨਾਲ ਦੇਖਿਆ ਜਾਵੇ ਤਾਂ ਚਾਰਲਸ ਦੀ ਸਾਰੀ ਰਿਸਰਚ ਡਾਕਟਰ ਕਪਾਨੀ ਦੀ 1957 ਵਿੱਚ ਬਣਾਏ ਫਾਈਬਰਸਕੋਪ ਦੇ ਉੱਤੇ ਹੀ ਆਧਾਰਿਤ ਸੀ। ਪਰ ਅਫਸੋਸ ਇਹ ਗੱਲ ਨੋਬਲ ਪ੍ਰਾਈਜ਼ ਕਮੇਟੀ ਦੇ ਪੱਲੇ ਨਾ ਪਈ ਤੇ ਇਸ ਰਿਸਰਚ ਲਈ ਚਾਰਲਸ ਕੁਇਨ ਕਾਓ ਨੂੰ ਤਾਂ 2009 ਵਿੱਚ ਨੋਬਲ ਪ੍ਰਾਈਜ਼ ਮਿਲਿਆ, ਪਰ ਡਾਕਟਰ ਕਪਾਨੀ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਲੁਕਿਆ ਰਹਿ ਗਿਆ।